आहुति के दर्शकों, गोलूवाला में जो विवाद उपजा है, गोलूवाला में गुरुद्वारे को लेकर के, वो आज हमारे इलाके के लिए बहुत बड़ी चिंता का विषय बन चुका है। आखिर क्या कारण है? एकाएक उस गुरुद्वारे में जो 1962 में बना था, 63 साल तक शांति रही, लेकिन पिछले कुछ समय से, बड़े अल्प समय से आज वहाँ पर टकराव की स्थिति बनी नहीं हुई है, बल्कि टकराव हो रहा है और बड़ी गंभीर स्थिति है। दो पक्ष बने हुए हैं और उन पक्षों के बीच में एक जबरदस्त लड़ाई चल रही है। हम आज एक पक्ष के विचार जानना चाहेंगे कि क्या कारण है इस विवाद के। नमस्कार जी, सत श्री अकाल। वाहिगुरू जी का खालसा, वाहिगुरू जी की फतेह। चैनल राही मैं सिख संगत जो साडी देशों विदेशों में बैठी है या बाहर दी स्टेटां में, पंजाब, हरियाणा, दिल्ली जो बैठी है, बाहरले स्टेटां में बैठी है, उन्होंने दसना चाहते हैं कि गुरुद्वारा महताबगढ़ साहिब, मंडी गोलूवाला, जिला हनुमानगढ़, राजस्थान दे विच है जी। 2 ग्राम पंचायतों का इको ही गुरु घर है। तो साढ़े आसे पासे 25-30 पिंड पैंदे ने। 1962 ਦੇ ਵਿੱਚ ਸਾਡੇ ਸਰਪੰਚ ਸਹੀ ਰਾਮ ਜੈਲਦਾਰ ਜੋ ਕਿ ਹਿੰਦੂ ਪਰਿਵਾਰ ਤੋਂ ਵਿਲੰਬ ਰੱਖਦੇ ਨੇ, ਉਹਨਾਂ ਨੇ ਸਾਡੇ ਗੁਰੂ ਘਰ ਲਈ ਜਗ੍ਹਾ ਦਿੱਤੀ। ਤਾਂ ਉੱਥੇ ਸਿੱਖ ਸੰਗਤ ਨੇ ਗੁਰੂ ਘਰ ਬਣਾਇਆ ਤਾਂ ਕਿ ਮੰਡੀ ਦਾ ਵਿਕਾਸ ਹੋ ਸਕੇ, ਮੰਡੀ ਨੂੰ ਕਾਮਯਾਬ ਕੀਤਾ ਜਾ ਸਕੇ। ਤੇ ਇੱਕ ਗੁਰੂ ਘਰ ਹੀ ਹੈ ਜਿਹਾ ਸਥਾਨ ਹੈ ਜਿੱਥੇ ਆਉਣ ਵਾਲੇ ਯਾਤਰੀ ਰੁਕ ਸਕਦੇ ਨੇ। ਕਿ ਜਿਸ ਟਾਈਮ ਰਾਜਸਥਾਨ ਦਾ ਇਲਾਕਾ ਸੀਗਾ, ਬਹੁਤ ਜ਼ਿਆਦਾ 63 ਸਾਲ ਹੋ ਗਏ ਉਸ ਗੱਲ ਨੂੰ। ਉਸ ਸਮਾਂ ਤੁਸੀਂ ਸੋਚ ਸਕਦੇ ਹੋ ਵੀ 63 ਸਾਲ ਪਹਿਲਾਂ ਰਾਜਸਥਾਨ 'ਚ ਕੀ ਹੁੰਦਾ ਹੋਊਗਾ। ਤਾਂ ਇਹ 1962 'ਚ ਬਣਿਆ ਗੁਰੂ ਘਰ, ਬਹੁਤ ਵਧੀਆ ਸ਼ਾਂਤ ਮਾਹੌਲ ਚੱਲ ਰਿਹਾ ਸੀ, ਆਮ ਸੰਗਤ ਸੰਭਾਲ ਰਹੀ ਸੀਗੀ। ਉਹਦੀ ਕਮੇਟੀ ਬਣੀ ਹੋਈ ਹੈ ਜੀ। ਤੇ ਪਿਛਲੇ ਹੀ ਦਿਨਾਂ 2009 ਦੇ ਵਿੱਚ ਇੱਕ ਜੋ ਪੰਜਾਬ ਤੋਂ ਇੱਕ ਸਾਡੇ ਪਾਠੀ ਆਇਆ ਸੀ, ਜਿਹਨੂੰ ਐਜ ਪਾਠੀ ਅਸੀਂ ਸੇਵਾ ਸੰਭਾਈ ਸੀਗੀ, ਸਿਰਫ ਪਾਠੀ ਦੀ ਤੌਰ ਤੇ। ਲੇਕਿਨ ਜਿਹੜੀ ਇਹ ਗੱਲ ਕਹਿ ਰਹੇ ਹੈ ਕਿ ਵੀ ਗੁਰੂ ਘਰ ਬਾਬਾ ਅਮਰਤਪਾਲ ਨੇ ਜਾਂ ਹਰਮੀਤ ਕੌਰ ਨੇ ਬਣਾਇਆ, ਇਹ ਗੱਲ ਬਿਲਕੁਲ ਝੂਠੀ ਹੈ। 2013-14 ਦੇ ਵਿੱਚ ਇੱਕ ਸਾਡੀ ਇੱਥੇ ਇੱਕ ਘਟਨਾ ਵਾਪਰਦੀ ਹੈ। ਉਹਦੀ ਵਜ੍ਹਾ ਕਿਉਂ ਹੋਈ, ਉਹ ਵਜ੍ਹਾ ਕੌਣ ਸੀਗਾ? ਉਹਦੀ ਵਜ੍ਹਾ ਸੀ ਜੀ ਇੱਕ ਆਪਣੇ ਗੰਗਾਨਗਰ ਤੋਂ ਜੋ ਤੇਜਿੰਦਰਪਾਲ ਸਿੰਘ ਟਿੰਮਾ ਹੈ, ਉਹਨਾਂ ਦੇ ਕਾਰਗੁਜ਼ਾਰੀ ਦੇ ਕਾਰਨ ਸਾਡਾ ਬਾਜ਼ਾਰ ਬੰਦ ਰਿਹਾ। ਤਾਂ ਉਸ ਟਾਈਮ ਵੀ ਸੰਗਤ ਨੇ ਦੁੱਖ ਝੇਲਿਆ, ਲੇਕਿਨ ਬਾਬਾ ਜੀ ਨੂੰ ਕਿਹਾ, ਬਾਬਾ ਜੀ ਸਾਨੂੰ ਇਸ ਤਰ੍ਹਾਂ ਹੀ ਲੜਾਈ ਝਗੜੇ ਵਾਲਾ ਕੰਮ ਨਹੀਂ ਚਾਹੀਦਾ। ਤਾਂ ਉਹਨਾਂ ਨੇ ਕਿਹਾ ਜੀ ਅੱਗੇ ਵਾਸਤੇ ਇਹ ਕੰਮ ਨਹੀਂ ਹੋਵੇਗਾ। ਫਿਰ ਇੱਕ ਘਟਨਾ ਫਿਰ ਵਾਪਰਦੀ ਹੈ 2015 ਦੇ ਵਿੱਚ। ਬਾਬਾ ਜੀ ਨੇ ਲਵ ਮੈਰਿਜ ਕੀਤੀ ਸੀ। ਇੱਕ ਲੜਕੀ ਜੋ ਹਰਮੀਤ ਕੌਰ ਹੈ, ਉਹਨੂੰ ਘਰੋਂ ਭਜਾ ਕੇ ਲਿਆਈ ਸੀ ਜੀ। ਉਸ ਦਾ ਵੀ ਸਿੱਖ ਸੰਗਤ ਨੇ ਬਹੁਤ ਵਿਰੋਧ ਕੀਤਾ। ਤਾਂ ਜਦੋਂ ਉਸ ਟਾਈਮ ਬਾਬਾ ਜੀ ਨੂੰ ਇਹ ਗੱਲ ਕਹੀ ਵੀ ਤੁਸੀਂ ਇਹ ਕੰਮ ਬਹੁਤ ਗਲਤ ਕੀਤਾ, ਤਾਂ ਉਹਨਾਂ ਨੇ ਇਹ ਕਿਹਾ ਜੀ ਮੈਂ ਨਹੀਂ ਕੀਤਾ, ਮੈਂ ਕੁਛ ਨਹੀਂ ਕੀਤਾ। ਲੇਕਿਨ ਉਹਨਾਂ ਨੇ ਪੈਰਾਂ ਤੇ ਪਾਣੀ ਨਹੀਂ ਪੈਣ ਦਿੱਤਾ ਸਾਡੇ ਆਪਦੇ। ਤਾਂ ਫਿਰ ਸਾਡਾ ਉਸ ਤੋਂ ਸੰਗਤ ਦਾ ਮਨ ਟੁੱਟ ਗਿਆ ਜਦੋਂ ਅਸਲ ਸੱਚਾਈ ਸਾਹਮਣੇ ਆ ਗਈ। ਉਸ ਤੋਂ ਬਾਅਦ ਜਿਹੜੀ ਸਿੱਖ ਸੰਗਤ ਸੀਗੀ ਉਹ ਨਾਰਾਜ਼ ਸੀਗੀ, ਉਹ ਗੁਰੂ ਘਰ ਆਉਣਾ ਬੰਦ ਕਰ ਗਈ। ਤਾਂ 2016 ਦੇ ਵਿੱਚ ਅਮਰਤਪਾਲ ਸਿੰਘ ਜਿਹਨੂੰ ਕਿਹਾ ਜਾਂਦਾ ਹੈ, ਲੇਕਿਨ ਅਮਰਤਪਾਲ ਉਹਦਾ ਨਾਮ ਨਹੀਂ ਹੈ, ਉਹਦਾ ਨਾਮ ਭੋਲਾ ਸਿੰਘ ਹੈ। ਅਸਲੀ ਨਾਮ ਹੈ ਜੋ ਪਤਾ ਬਾਅਦ 'ਚ ਲੱਗਿਆ ਸਿੱਖ ਸੰਗਤ ਨੂੰ, ਉਹਦਾ ਨਾਮ ਭੋਲਾ ਸਿੰਘ ਸੀ। ਉਹ ਨਾਮ ਬਦਲ ਕੇ ਰਹਿ ਰਿਹਾ ਸੀ ਇੱਥੇ। ਤਾਂ 2016 ਦੇ ਵਿੱਚ ਮੱਲਣ ਪਿੰਡ ਹੈ, ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ, ਮੁਕਤਸਰ ਜ਼ਿਲ੍ਹੇ ਦੇ ਵਿੱਚ। ਉੱਥੇ ਦੱਸਦੇ ਹੈ, ਮੈਂ ਨਹੀਂ ਦੇਖਿਆ ਲੇਕਿਨ ਦੱਸਣ ਵਾਲੀ ਸੰਗਤ ਦੱਸਦੀ ਹੈ ਵੀ ਉੱਥੇ ਉਹਨਾਂ ਦਾ ਮਰਡਰ ਹੋਇਆ ਸੀਗਾ। ਉਸ ਮਰਡਰ ਦੇ ਕਾਂਡ ਦੇ ਵਿੱਚ 3 ਆਦਮੀ ਮਰੇ ਸੀਗੇ, ਲੇਕਿਨ ਉਹ ਵੀ ਗੁਰੂ ਘਰ 'ਤੇ ਕਬਜ਼ਾ ਕਰਨ ਗਏ ਹੋਏ ਸੀਗੇ, ਇਹ ਦੱਸਿਆ ਜਾ ਰਿਹਾ ਹੈ। ਤਾਂ ਮੈਂ ਕਹਿੰਦਾ ਵੀ ਉਸ ਟਾਈਮ ਵੀ ਸਿੱਖ ਸੰਗਤ ਨੇ ਬਹੁਤ ਵਿਰੋਧ ਕੀਤਾ ਵੀ ਤੁਸੀਂ ਇਹ ਕੰਮ ਬਹੁਤ ਗਲਤ ਕੀਤਾ। ਲੇਕਿਨ ਉੱਥੇ ਕੁਛ ਇਹਨਾਂ ਦੇ ਨਾਲ ਜਿਹੜੇ ਲੋਕਲ ਦੇ ਲੋਕ ਵੀ ਜੁੜੇ ਹੋਏ ਸੀ, ਬਾਹਰ ਦੇ ਲੋਕ ਜ਼ਿਆਦਾ ਸੀਗੇ, ਉਹਨਾਂ ਨੇ ਗੁਰੂ ਘਰ ਲਿਆ ਕੇ ਉਹਦਾ ਅੰਤਿਮ ਸੰਸਕਾਰ ਕਰਤਾ। ਕਿ ਸਿੱਖ ਮਰਿਆਦਾ ਦੇ ਅਨੁਸਾਰ ਗੁਰੂ ਘਰ 'ਚ ਕਿਸੇ ਦਾ ਅੰਤਿਮ ਸੰਸਕਾਰ ਕੀਤਾ ਜਾ ਸਕਦਾ? ਇਹ ਸਿੱਖ ਸੰਗਤ ਦੱਸੇ ਇਸ ਗੱਲ ਦਾ। ਸਾਡੇ SGPC ਦੇ ਪ੍ਰਧਾਨ ਨੇ, ਸਾਡੇ ਜਥੇਦਾਰ ਨੇ, ਸਤਿਕਾਰਯੋਗ ਨੇ, ਸਾਡੇ 5 ਅਕਾਲ ਤਖਤ ਨੇ, ਉਹਨਾਂ ਦੇ ਜਥੇਦਾਰਾਂ ਨੇ ਵੀ ਦੱਸਣਾ ਚਾਹੀਦਾ ਵੀ ਇਹ ਸਹੀ ਹੈ ਕਿ ਗਲਤ ਹੈ। ਲੇਕਿਨ ਉਸ ਟਾਈਮ ਸਿੱਖ ਸੰਗਤ ਨੇ ਹੋਰ ਵਿਰੋਧ ਕੀਤਾ। ਲੇਕਿਨ ਉਸ ਤੋਂ ਬਾਅਦ ਪੂਰੀ ਹੀ ਸਿੱਖ ਸੰਗਤ ਯਾਨੀ ਕਿ 97% ਨਹੀਂ ਗੁਰੂ ਘਰ 'ਚ ਆਉਂਦੀ ਸੀਗੀ। ਤਾਂ ਕੋਈ 1-2 ਘਰ ਹੀ ਆਉਂਦੇ ਸੀ, ਉਹ ਵੀ ਉਹਦਾ ਨਾਨਕਾ ਪਰਿਵਾਰ ਸੀਗਾ। ਤਾਂ ਉਸ ਤੋਂ ਬਾਅਦ ਇਹ ਚੱਲਦਾ ਰਿਹਾ, ਸਿੱਖ ਸੰਗਤ ਗੁਰੂ ਘਰ ਨਹੀਂ ਆਉਂਦੀ ਰਹੀ। ਲੇਕਿਨ ਹੁਣ ਪਿਛਲੇ ਮਹੀਨੇ 3 ਤਰੀਕ ਨੂੰ ਇੱਕ ਵਿਵਾਦ ਵਾਪਰਿਆ, ਕਿਉਂਕਿ ਉਹ ਕਾਰਨ ਘਟਨਾ ਇਹ ਰਹੀ ਕਿ ਜੋ ਪੰਜਾਬ ਦੇ ਵਿੱਚ ਬਾੜ ਆਈ ਹੋਈ ਸੀਗੀ, ਉਸ ਦੇ ਲੋਕਾਂ ਨੂੰ ਬਹੁਤ ਮਹਿਸੂਸ ਹੋਇਆ ਵੀ ਪੰਜਾਬ ਦੇ ਲੋਕ ਉਹ 'ਚ ਘਰ ਟੁੱਟ ਗਏ, ਮਕਾਨ ਟੁੱਟ ਗਏ, ਪਸ਼ੂ ਬਹਿ ਗਏ, ਜ਼ਮੀਨਾਂ ਫਸਲਾਂ ਖਰਾਬ ਹੋ ਗਈਆਂ। ਤਾਂ ਹਿੰਦੁਸਤਾਨ ਦੇ ਜੋ ਰਾਜਸਥਾਨ ਦੇ ਸਾਡੇ ਲੋਕ ਨੇ, ਉਹਨਾਂ ਦੇ ਮਨ ਬਹੁਤ ਚੰਚਿਤ ਲੋਕ ਨੇ। ਤਾਂ ਉਹਨਾਂ ਨੇ ਵਿਚਾਰ ਕੀਤਾ, ਨੌਜਵਾਨ ਪੀੜ੍ਹੀ ਨੇ ਜਿਹੜੀ ਇਸ ਟਾਈਮ 18 ਤੋਂ 35 ਸਾਲ ਦੀ ਉਮਰ ਦੇ ਹੈ, ਉਹਨਾਂ ਨੇ, ਹਿੰਦੂ ਵੀਰ ਵੀ ਨਾਲ ਸੀ ਸਾਡੇ ਬਹੁਤ ਸਾਰੇ,
ਉਹਨਾਂ ਨੇ ਉਗਰਾਹੀ ਕੀਤੀ ਪਿੰਡ ਚੋਂ ਇਕੱਠੀ, ਪਹਿਲੇ ਦਿਨ ਕੀਤੀ ਉਹਨਾਂ ਨੇ। 30 ਕੁਆਂਟਲ ਕਣਕ ਹੋਈ, 35-40 ਹਜ਼ਾਰ ਰੁਪਇਆ ਇਕੱਠਾ ਹੋਇਆ, ਜੋ ਜਾ ਕੇ ਗੁਰੂ ਘਰ ਜਾ ਕੇ ਉਹਨਾਂ ਨੇ ਬੱਚਿਆਂ ਨੇ ਦੱਸਿਆ, ਕਹਿੰਦੇ ਸੀ ਉਸ ਹਰਮੀਤ ਕੌਰ ਨੂੰ ਦੇ ਦਿੱਤੀ। ਦੂਜੇ ਦਿਨ ਫਿਰ ਉਗਰਾਹੀ ਕੀਤੀ, ਉਸ ਦਿਨ 25-30 ਕੁਆਂਟਲ ਕਣਕ ਫਿਰ ਇਕੱਠੀ ਹੋਈ, ਕੁਛ ਨਗਦ ਰੁਪਈਆ ਆਇਆ, ਉਹ ਵੀ ਗੁਰੂ ਘਰ ਲੈ ਗਏ। ਤਾਂ ਬੱਚਿਆਂ ਦੇ ਮਨ 'ਚ ਇੱਕ ਵਿਚਾਰ ਆਇਆ ਵੀ ਜਿਹੜੇ ਆਪਾਂ ਨੂੰ ਕੋਈ ਨਗਦ ਪੈਸਾ ਦੇ ਰਹੇ ਆ, ਆਪਾਂ ਉਹਨਾਂ ਨੂੰ ਇਹ ਰਸੀਦ ਦੇ ਦਿੱਤੀ ਜਾਵੇ। ਲੇਕਿਨ ਬੀਬੀ ਨੇ ਇਹ ਗੱਲ ਕਹੀ ਵੀ ਤੁਹਾਨੂੰ ਮੰਡੀਰ ਨੂੰ ਕੌਣ ਦਿੰਦਾ, ਇਹ ਤਾਂ ਗੁਰੂ ਘਰ ਦੇ ਨਾਂ 'ਤੇ ਮਿਲਿਆ, ਤੁਸੀਂ ਰਸੀਦ ਕੀ ਕਰਨੀ ਹੈ। ਜਿਹੜਾ ਅਸਲ ਵਿਵਾਦ ਉਸ ਜਗ੍ਹਾ ਤੋਂ ਸਟਾਰਟ ਹੋਇਆ, ਜਿਹੜੀ ਉਹਨੇ ਗੱਲ ਕਹੀ ਕਿ ਮੰਡੀਰ ਨੂੰ ਕੌਣ ਦਿੰਦਾ ਹੈ ਤੇ ਇਹ ਗੁਰੂ ਘਰ ਦੇ ਨਾਂ 'ਤੇ ਮਿਲਿਆ ਵੈ। ਤਾਂ ਉਸ ਤੋਂ ਬਾਅਦ ਇਹ ਗੱਲ ਵੱਧ ਹੀ ਗਈ। ਲੇਕਿਨ ਜਦੋਂ ਉਹਨਾਂ ਨੇ ਬੱਚਿਆਂ ਨੇ ਘਰੇ ਜਾ ਕੇ ਗੱਲ ਦੱਸੀ ਆਪਦੇ ਮਾਂ ਪਿਓ ਨੇ ਵੀ ਸਾਨੂੰ ਇਹ ਗੱਲ ਦੱਸੀ ਗਈ ਹੈ, ਤਾਂ ਜਦੋਂ ਮਾਂ ਪਿਓ ਉਹਨਾਂ ਦੇ ਬੱਚਿਆਂ ਦੇ ਗੁਰੂ ਘਰ ਆ ਕੇ ਗੱਲ ਕਰੀ ਤਾਂ ਉਹਨਾਂ ਦੀ ਵੀ ਗੱਲ ਪੈ ਗਈ। ਫਿਰ ਜਦੋਂ ਨੇ ਪ੍ਰਸ਼ਾਸਨ ਕੋਲੇ ਜਾ ਕੇ ਐਪਲੀਕੇਸ਼ਨ ਲਗਾਈ ਤਾਂ ਪ੍ਰਸ਼ਾਸਨ ਨੂੰ ਇਹ ਗੱਲ ਕਹਿੰਦੀ ਹੈ ਕਿ ਜੀ ਇਹ ਤਾਂ ਜਰਦੇ ਖਾਣ ਵਾਲੇ ਹੈ, ਇਹਨਾਂ ਨੂੰ ਤਾਂ ਪ੍ਰਧਾਨਗੀਆਂ ਚਾਹੀਦੀਆਂ ਹੈ, ਸਿੱਖ ਸੰਗਤ ਤਾਂ ਮੇਰੇ ਕੋਲੇ ਬੈਠੀ ਹੈ। ਲੇਕਿਨ ਉੱਥੋਂ ਪ੍ਰਸ਼ਾਸਨ ਤੇ ਸਿੱਖ ਸੰਗਤ ਸੀ ਉਹ ਗੁਰੂ ਘਰ ਆ ਗਈ। ਗੁਰੂ ਘਰ ਆਉਣ ਤੋਂ ਬਾਅਦ ਉੱਥੇ ਫਿਰ ਇਹਨਾਂ ਨੇ 6 ਤਰੀਕ ਦਾ ਸੰਗਤ ਨੇ ਟਾਈਮ ਲਿਆ ਵੀ 6 ਤਰੀਕ ਨੂੰ ਕਮੇਟੀ ਆਪਣੀ ਜਿਹੜੀ ਪੁਰਾਣੀ ਚੱਲਦੀ ਆ ਰਹੀ ਹੈ ਉਹ 'ਚ ਕੁਛ ਪੁਰਾਣੀ ਅਕਾਲ ਚਲਾਣਾ ਕਰ ਗਏ ਸੀ, ਨਵੇਂ ਨਾਮ ਐਡ ਕਰਕੇ ਪ੍ਰਸਤਾਵ ਲਿਆ, ਜਿਹਦੇ 'ਚ ਪੂਰੀ ਪਿੰਡ ਦੀ ਸੰਗਤ ਸੀਗੀ। 300 ਲਗਭਗ ਲੋਕਾਂ ਦੇ ਸਾਈਨ ਹੈ, ਮੋਬਾਈਲ ਨੰਬਰ ਹੈ, ਉਹ ਇਕੱਠੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਵੀ ਦੇ ਚੁੱਕੇ ਹਾਂ, ਅਕਾਲ ਤਖਤ ਤੇ ਭੇਜ ਚੁੱਕੇ ਹਾਂ। ਦਮਦਮਾ ਸਾਹਿਬ ਸਾਡੀ ਰਿਪੋਰਟ ਉੱਥੇ ਵੀ ਗਈ ਹੈ। ਲੇਕਿਨ ਉਸ ਤੋਂ ਬਾਅਦ ਇਹ ਕੰਮ ਵੱਧਦਾ ਗਿਆ। ਲੇਕਿਨ ਜੋ ਟਿੰਮਾ ਇੱਕ ਹੈ ਗੰਗਾਨਗਰ ਤੋਂ, ਉਸਨੇ ਇਹ ਮੁੱਦਾ ਭੜਕਾਇਆ ਜ਼ਿਆਦਾ। ਉਸਨੇ ਕੀ ਭੜਕਾਇਆ ਕਿ ਗੋਲੂ ਵਾਲਾ ਗੁਰੂ ਘਰ ਦੇ ਵਿੱਚ ਆ ਕੇ ਕਹਿੰਦਾ ਹੈ ਜੀ ਆਮ ਸੰਗਤ ਨੂੰ ਇਹ ਦੁੱਕੀ ਤਿੱਕੀ ਕੁੱਤੇ ਬਿੱਲੇ ਇਹ ਗੁਰੂ ਘਰ 'ਚ ਪੈਰ ਰੱਖ ਕੇ ਦਿਖਾਉਣ। ਤਾਂ ਇਹਦੀ ਵਜ੍ਹਾ ਇਹ ਬਣੀ, ਇਹ ਜਿਹੜੀ ਘਟਨਾ ਵੱਡੀ ਹੈ, ਰੋਸ ਵੱਢਿਆ ਲੋਕਾਂ ਦਾ, ਉਹਦੀ ਵਜ੍ਹਾ ਆ ਤੁਸੀਂ ਸੁਣ ਸਕਦੇ ਹੋ। ਦੁੱਕੀ ਤਿੱਕੀ ਕੁੱਤਾ ਬਿੱਲਾ ਸਾਡੇ ਧਰਮ ਕੰਮਾਂ 'ਚ ਦਖਲਅੰਦਾਜ਼ੀ ਕਰ ਸਕਦਾ। ਕੌਮ ਦੇ ਫੈਸਲੇ ਕੌਮ ਕਰੇਗੀ, ਜੇ ਜੁਰਤ ਹਿੰਮਤ ਹੈਗੀ ਹੈ ਪੈਰ ਪਾ ਕੇ ਦਿਖਾ ਦੇ ਗੁਰਦੁਆਰੇ। ਇਹ ਜੋ ਇਹਨਾਂ ਨੇ ਬਿਆਨ ਦਿੱਤਾ ਤੇਜਿੰਦਰਪਾਲ ਜੀ ਟਿੰਮਾ ਨੇ, ਉਸ ਦੀ ਵਜ੍ਹਾ ਨਾਲ ਰੋਸ ਵਧਿਆ। ਤਾਂ ਸਿੱਖ ਸੰਗਤ ਸਾਡੇ ਇਸ ਤਰ੍ਹਾਂ ਦੀ ਲੜਾਈ ਝਗੜੇ ਵਾਲੀ ਨਹੀਂ ਹੈ, ਲੇਕਿਨ ਉਹ ਜਿਹੜਾ ਪ੍ਰਸ਼ਾਸਨ ਦੇ ਕੋਈ ਟਾਈਮ ਲੰਬਾ ਚੱਲਦਾ ਗਿਆ ਤਾਂ ਸਿੱਖ ਸੰਗਤ ਰੋਜ਼ ਵੱਧਦਾ ਗਿਆ। ਟਿੰਮਾ ਰੋਜ਼ ਭੜਕਾਊ ਬਿਆਨ ਦਿੰਦਾ ਸੀਗਾ, ਲੇਕਿਨ ਜੋ ਕੁਝ ਬੱਚੇ ਸੀ ਉਹਨਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਲੇਕਿਨ ਉਹ ਉਸ ਦਿਨ ਪਰਸੋਂ ਹੀ 3 ਤਰੀਕ ਨੂੰ ਜਦੋਂ ਸਿੱਖ ਸੰਗਤ ਤੜਕੇ ਸਵੇਰੇ ਅੰਮ੍ਰਿਤ ਵੇਲੇ ਗੁਰੂ ਘਰ ਗਈ ਤਾਂ ਉੱਥੇ ਕੁਝ ਲੋਕ ਤੋੜ-ਫੋੜ ਕਰ ਰਹੇ ਸੀਗੇ। ਤੇ ਸਿੱਖ ਸੰਗਤ ਨੇ ਇਹ ਗੱਲ ਪੁੱਛੀ ਵੀ ਇਹ ਗੱਲ ਤੁਸੀਂ ਕਿਉਂ ਕਰ ਰਹੇ ਹੋ, ਲੇਕਿਨ ਉਹਨਾਂ ਨੂੰ ਵੀ ਗਾਲਾਂ ਕੱਢਣੀਆਂ ਸਟਾਰਟ ਕਰਤੀਆਂ ਤੇ ਮਾਰਪੀਟ ਤੇ ਉਤਾਰੂ ਹੋ ਗਏ। ਫਿਰ ਜਿਹੜੇ ਦਰਸ਼ਨ ਕਰਨ ਗਏ ਸੀ ਗੁਰੂ ਘਰ ਸਵੇਰੇ, ਉਹਨਾਂ ਨੇ ਪਿੰਡ ਦੀ ਸੰਗਤ ਨੂੰ ਦੱਸਿਆ ਤੇ ਸੰਗਤ ਸਵੇਰੇ ਹੀ 4 ਵਜੇ ਆ ਕੇ ਗੁਰੂ ਘਰ ਆ ਗਈ। ਆ ਕੇ ਤੇ ਉਹਨਾਂ ਨੇ ਚਾਰਜ ਸੰਭਾਲ ਲਿਆ ਜੀ ਗੁਰੂ ਘਰ ਦਾ। ਤੇ ਅੱਜ ਤੋਂ ਬਾਅਦ ਸੇਵਾ ਹੈ ਉਹ ਸਿੱਖ ਸੰਗਤ ਕਰ ਰਹੀ ਹੈ, ਲੰਗਰ ਪਾਣੀ ਚਾਹ ਚੱਲ ਰਿਹਾ ਹੈ। ਤੇ ਹੁਣ ਜਥੇਬੰਦੀਆਂ ਅੱਗੇ ਬੇਨਤੀ ਹੈ ਕਿ ਕੋਈ ਵੀ ਵੀਡੀਓ ਪਾਉਣ ਤੋਂ ਪਹਿਲਾਂ ਉਹ ਸਿੱਖ ਸੰਗਤ ਦੇ ਇੱਥੇ ਗੁਰੂ ਘਰ ਗੋਲੂਵਾਲਾ ਮਹਿਤਾਬਗੜ੍ਹ ਆ ਕੇ ਆਮ ਜਨਤਾ ਨੂੰ ਰਾਏ ਲੈ ਕੇ ਪੁੱਛ ਕੇ ਫੇਰ ਹੀ ਕਰੇ। ਬਿਨਾਂ ਸੱਚਾਈ ਤੋਂ ਕੋਈ ਵੀਡੀਓ ਨਾ ਪਾਈ ਜਾਵੇ। ਤੇ ਇਸ ਸਿੱਖ ਸੰਗਤ ਦੇ ਵਿੱਚ ਰੋਸ ਬਹੁਤ ਜ਼ਿਆਦਾ ਹੈ ਜੀ। ਜਿਵੇਂ ਕਿ ਭਾਈ ਸਾਹਿਬ ਨੇ ਆਪ ਜੀ ਨੂੰ ਸਾਰੀ ਸੱਚਾਈ ਦੱਸੀ ਹੈ, ਕੁਝ ਦਿਨ ਪਹਿਲਾਂ ਹੀ ਸਿੱਖ ਸੰਗਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਈ ਸੀਗੀ ਅਤੇ ਅੰਦਰੋਂ ਗੇਟ ਬੰਦ ਕਰ ਦਿੱਤੇ ਗਏ ਅਤੇ ਸਿੱਖ ਸੰਗਤ ਨੇ ਉੱਥੇ ਹੀ ਬੈਠ ਕਰਕੇ ਵਾਹਿਗੁਰੂ ਨਾਮ ਦਾ ਜਾਪ ਸ਼ੁਰੂ ਕਰ ਦਿੱਤਾ। ਅਤੇ ਕੁਝ ਟਾਈਮ ਬਾਅਦ ਉਹਨਾਂ ਨੇ ਹੀ ਤਲਵਾਰਾਂ ਕੱਢ ਕੇ ਸਿੱਖਾਂ ਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਦੁਆਰਾ ਸਾਰਾ ਇਹ ਰੋਕ ਕਰੀ ਗਈ, ਉਹਨਾਂ ਨੂੰ ਰੋਕਿਆ ਗਿਆ ਕਿਸੇ ਹਿਸਾਬ ਨਾਲ। ਨਿਹੱਥੇ ਸਿੱਖ ਬਾਹਰ ਬੈਠੇ ਸੀ, ਜੋ ਕਿ ਉਸ ਤੋਂ ਬਾਅਦ ਨਾਲ ਮੰਡੀ ਵੀ ਸਾਡੇ ਨਾਲ ਜੁੜੀ ਹੈ। ਮੰਡੀ ਉੱਥੇ ਰੋਸ਼ ਪ੍ਰਗਟ ਕਰ ਰਹੀ ਹੈ, ਮੰਡੀ ਬੰਦ ਪਈ ਹੈ। ਅੱਜ ਵੀ ਸਾਡੀ ਮੰਡੀ ਬੰਦ ਹੈ। ਮੰਡੀ ਇੱਕ ਹੱਕ ਸੱਚ ਦੀ ਮੰਗ ਕਰ ਰਹੀ ਹੈ। ਅਕਾਲ ਤਖਤ ਸਾਹਿਬ ਸ੍ਰੀ ਨੂੰ ਹੱਥ ਜੋੜ ਕੇ ਨਿਵੇਦਨ ਕਰਦੇ ਪਿੰਡ ਦੇ ਤੌਰ ਤੇ ਸਾਡਾ ਪੱਖ ਸੁਣਿਆ ਜਾਵੇ, ਪਿੰਡ ਦਾ ਗੁਰੂ ਘਰ ਪਿੰਡ ਨੂੰ ਦਿੱਤਾ ਜਾਵੇ। ਸਾਨੂੰ ਗੋਲੂ ਵਾਲੇ ਰਹਿੰਦਿਆਂ ਨੂੰ ਤਕਰੀਬਨ 50 ਸਾਲ ਤੋਂ ਉੱਤੇ ਹੋ ਗਏ ਤੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ। ਤੁਹਾਨੂੰ ਕੋਈ ਸ਼ੱਕ ਹੈ ਇਸ ਗੱਲ ਦੇ ਵਿੱਚ? ਅਸੀਂ ਪੁੱਛਣਾ ਚਾਹੁੰਦੇ ਜਥੇਦਾਰਾਂ ਨੂੰ ਵੀ ਭਾਈ ਸਾਨੂੰ RSS BJP ਦੇ ਦੱਸਿਆ ਜਾ ਰਿਹਾ ਹੈ ਤੇ ਦੂਜੇ ਆਸੇ-ਪਾਸੇ ਦੇ ਪਿੰਡਾਂ ਦੇ ਵਿੱਚ ਹਰ ਇੱਕ ਗੁਰਦੁਆਰੇ 'ਚ ਕਮੇਟੀਆਂ ਹੈ, ਤੇ ਸਾਡੇ ਗੁਰਦੁਆਰੇ ਦੀ ਕਮੇਟੀ ਬਣਨ ਕਿਉਂ ਨਹੀਂ ਦਿੱਤੀ ਜਾ ਰਹੀ? ਜੋ ਗੁਰਦੁਆਰਾ ਸਾਹਿਬ ਦੇ ਵਿੱਚ ਬੀਬੀ ਹਰਮੀਤ ਕੌਰ ਸੇਵਾ ਕਰਦੀ ਆ ਰਹੀ ਕੁਝ ਟਾਈਮ ਤੋਂ, ਉਸਨੇ ਕਬਜ਼ਾ ਕੀਤਾ ਹੋਇਆ ਸੀ। ਲੇਕਿਨ ਅਸੀਂ ਕਈ ਵਾਰ ਉਹਨੂੰ ਇਹ ਵੀ ਅਵਗਤ ਕਰਵਾਇਆ ਸੀ ਕਿ ਜੋ ਇੱਥੇ ਲੋਕ ਆ ਕੇ ਰੁਕਦੇ ਨੇ, ਬਾਹਰੋਂ ਆਉਂਦੇ ਨੇ, ਤਾਂ ਉਹ ਉਹਨਾਂ ਤੇ ਕਿਸੇ ਤੇ 302 ਲੱਗੀ ਹੈ, ਕਿਸੇ ਤੇ ਫੋਕਸੋ ਐਕਟ ਲੱਗਿਆ ਹੋਇਆ ਹੈ। ਉਹ ਗੁਰੂ ਘਰ 'ਚ ਆ ਕੇ ਨਹੀਂ ਰੁਕਣੇ ਚਾਹੀਦੇ। ਅਸੀਂ ਪ੍ਰਸ਼ਾਸਨ ਨੂੰ ਵੀ ਅਵਗਤ ਕਰਵਾਇਆ ਸੀ ਇਸ ਦੇ ਬਾਰੇ ਵੀ ਬਾਹਰ ਦੇ ਲੋਕ ਇੱਥੇ ਗੁਰੂ ਘਰ 'ਚ ਆ ਕੇ ਨਹੀਂ ਰੁਕਣੇ ਚਾਹੀਦੇ। ਤੇ ਸਾਨੂੰ ਅੱਜ RSS ਜਾਂ BJP ਦੱਸਿਆ ਜਾ ਰਿਹਾ ਹੈ ਕਿ ਗੋਲੂਵਾਲਾ ਦੇ ਵਿੱਚ ਆ ਕੇ ਜੋ ਸਾਡੇ ਸਿੱਖ ਸਾਹਿਬਾਨ ਨੇ, ਸਾਡੇ ਜਥੇਦਾਰ ਨੇ ਆ ਕੇ ਪਤਾ ਕਰਨ ਵੀ ਸਿੱਖ ਇੱਥੇ RSS ਹੈ ਜਾਂ BJP ਹੈ। ਲੇਕਿਨ ਇਸ ਤਰ੍ਹਾਂ ਦੇ ਕੋਈ ਮੁੱਦਾ ਨਹੀਂ ਹੈ RSS BJP ਵਾਲਾ। ਜੋ ਇੱਕ ਮੁੱਦਾ ਭੜਕਾਇਆ ਜਾ ਰਿਹਾ ਹੈ, ਡਾਇਵਰਟ ਕੀਤਾ ਜਾ ਰਿਹਾ। ਇਹ ਜੋ ਅਸਲ ਮੁੱਦਾ ਹੈ, ਇਹ ਗੁਰੂ ਘਰ ਦੀ ਜੋ ਸੇਵਾ ਹੈ ਉਹ ਸਿੱਖ ਸੰਗਤ ਮੰਗ ਰਹੀ ਹੈ। ਇਸ ਕਰਕੇ ਇਸ ਮੁੱਦੇ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਇੱਥੇ ਨਾ ਕੋਈ RSS ਹੈ, ਨਾ ਇੱਥੇ ਕੋਈ BJP ਹੈ। ਇਸ ਨੂੰ ਡਾਇਵਰਟ ਕੀਤਾ ਜਾ ਰਿਹਾ ਸਿਰਫ। ਅਗਰ ਬੀਬੀ ਆਪਦੀਆਂ ਗੱਡੀਆਂ ਕੱਢ ਕੇ ਲਿਜਾ ਸਕਦੀ ਹੈ
ਕੀਮਤੀ ਸਮਾਨ ਕੱਢ ਕੇ ਲਿਜਾ ਸਕਦੀ ਹੈ ਤਾਂ ਉਹਨਾਂ ਬੱਚਿਆਂ ਨੂੰ ਕਿਉਂ ਅੱਗੇ ਕੀਤਾ? ਜਿਹੜੇ ਉਹ ਨਿਹੰਗ ਸਿੰਘ ਛੋਟੇ ਬੱਚੇ ਦਿਖਾਏ ਜਾ ਰਹੇ ਨੇ ਉਹ ਗੁਰੂ ਉੱਥੇ ਗੋਲੂ ਵਾਲੇ ਲੋਕਲ ਦੇ ਨਹੀਂ ਹੈ, ਉਹ ਬਾਹਰ ਦੇ ਹੈ। ਜਦੋਂ ਬੀਬੀ ਆਪਦਾ ਸਮਾਨ ਕੱਢ ਸਕਦੀ ਹੈ ਤਾਂ ਉਹਨਾਂ ਬੱਚਿਆਂ ਨੇ ਕਿਉਂ ਨਹੀਂ ਨਾਲ ਲੈ ਕੇ ਗਈ? ਵੀ ਉੱਥੇ 4-5 ਟਰੈਕਟਰ ਟਰਾਲੀਆਂ ਖੜੇ ਰਹਿੰਦੇ ਸੀ, ਉਹ ਕੱਢ ਕੇ ਲਿਜਾ ਸਕਦੀ ਹੈ ਤਾਂ ਉਹਨਾਂ ਬੱਚਿਆਂ ਨੂੰ ਕਿਉਂ ਨਹੀਂ ਨਾਲ ਲਗੇ? ਇਹ ਵੀ ਇੱਕ ਬੜੀ ਵਜ੍ਹਾ ਹੈ, ਕਿਉਂਕਿ ਉਹਨਾਂ ਨੂੰ ਇਹ ਕਰਵਾਉਣਾ ਚਾਹੁੰਦੇ ਸੀ, ਇਹ ਭੜਕਾਉਣਾ ਚਾਹੁੰਦੇ ਸੀ, ਇਸ ਸਿੱਖ ਸੰਗਤ ਨਾਲ ਲੜਾਈ ਕਰਵਾਉਣਾ ਚਾਹੁੰਦੇ, ਲੇਕਿन ਅਸੀਂ ਚਾਹੁੰਦੇ नहीं भी लड़ाई होवे साडी इत्थे। आहुति के दर्शकों, अब हमारे बीच में अपने विचार रखेंगे कमलजीत सोदन जी। नमस्कार कमल जी। नमस्कार चलाना जी। सिख होने के नाते इस विषय पर जैसे आपने कहा कि मैंने भी अध्ययन किया कि आखिरकार गोलू वाला विवाद है क्या। इस विवाद से पहले आपको चलाना जी मैं एक मूल सिख धर्म की एक बात बताना चाहता हूँ कि सिख धर्म में जब भी विवाद होता है तो वहाँ सबसे पहले साध संगत की महत्ता दी जाती है। हो एकत्र मिलो मेरे पाए, दुविधा दूर करो चितलाए। हमारी गुरबाणी में लिखा है कि पहले आप एकत्रित होकर बैठिए, कोई भी दुविधा है उसका विचार विमर्श से उसका हल होना चाहिए। जब बात दुविधा से अपने निजी मंसूबों पर आ जाती है तब विवाद शुरू हो जाता है। अभी इस विवाद को बढ़ा चढ़ाकर पेश कर दिया गया कि गोलू वाला विवाद में भाजपा आरएसएस का हाथ है। मैं सुनकर हैरान था और मुझे हंसी भी आ रही थी कि इस आरोप को लगाने वाले खुद भाजपा के पार्षद हैं, पार्षद रहे हुए हैं वो। आप जिस पार्टी से सत्ता सुख भोग कर आए हैं, आप उन्हीं का आरोप लगाकर देश विदेश की संगत को भड़का रहे हैं कि यहाँ पर कब्जा हो रहा है। अभी कुछ दिन पहले एक भाजपा नेता का वो लोग बुके लेके जन्मदिन मनाकर आए थे, तब उनमें भाजपा से आरएसएस से किसी से परेशानी नहीं है। आज जब इलाके की वहाँ की साध संगत जो है वो जब अपने हक की बात करती है, वो ये कहती है कि इस गुरुद्वारा प्रबंधन को हम अपने हाथ से संभालना चाहते हैं, तो इसमें मुझे नहीं लगता कि शायद श्री अकाल तख्त साहिब को भी कोई आपत्ति होगी। श्रोमणी कमेटी का तो वैसे भी राजस्थान में कोई ना कानूनन अख्तियार है, ना ही वो विधिक रूप से राजस्थान के किसी भी गुरुद्वारे में हस्तक्षेप कर सकते हैं। ये सिर्फ और सिर्फ एक संगति फैसला है जहाँ पर आम संगत वहाँ के इलाके के गांव के जो लोग हैं वही निर्धारित करेंगे कि इस गुरुद्वारे का प्रबंध किसके हाथ में रहेगा। तो इसलिए पहली बात तो ये बीजेपी और आरएसएस का नाम शामिल ही इसलिए गया ताकि इस मुद्दे का राजनीतिकरण किया जा सके, अपने निजी स्वार्थ साधे जा सके। दूसरी बात यहाँ पर बात आती है कि वहाँ पर हिंसा हुई। देखिए, सिख एक मार्शल कौम है। जब आप किसी के भी संयम की परीक्षा लेंगे, चाहे वो कोई भी पक्ष हो, तो सिख धर्म हमेशा से यूं ही जवाब देती है। एक शांत अगर संगत बैठी, आप उनको तलवारें निकाल कर दिखाएंगे तो कहीं ना कहीं क्रिया की प्रतिक्रिया होती है। जैसे अभी हमारे गांव के साथी ने, हालांकि मैं गांव का नहीं हूं, मैं बाहरी हूं, मगर एक स्वतंत्र पर्यवेक्षक होने के नाते मैं इस विषय को शुरू से देख रहा था। तो जिन्होंने मारा, अब वो कह रहे हैं कि जी FIR देखिए जी, इनके सब ये तो सब बाहरी हैं। तो जिनको चोटें लगी हैं वो भी तो बाहरी हैं। जब संगत ने पूरे देश में कॉल दी कि आइए सभी जथबंदियाँ यहाँ आइए, सभी सिख संगत यहाँ आइए, तो कौन अंदर है कौन बाहरी है? तो ये तो विषय ही गलत है कि कोई पहचान से हीन आदमी है या कोई अनजान आदमी है। जब गोलूवाला की संगत ने पूरी दुनिया में ऐलान कर दिया कि हम सबको अपील करते हैं यहाँ आइए, तो उसके बाद मुझे लगता है हर गुरु नानक नाम लेवा सिख का ये दायित्व तो बनता है कि वो वहाँ जाए, चाहे वो कहीं का भी हो। बात आ जाती है गुरुद्वारा प्रबंधन की, तो हमारे सिख धर्म में ये मूल सिद्धांत रहा है कि हमारे गुरु साहब जी हैं, जब वो पहली बार अमृत ले रहे थे तो उन्होंने खुद को गुरु नहीं डिक्लेयर किया। पहले 5 प्यारे आए, पहले उनको सिख बनाया गया, उसके बाद गुरु साहब ने उनको कहा कि अब आप मुझे सिख बनाइए। गुरु साहब ने तो मतलब संगत का मतलब है वहाँ के जो इलाके की साथ संगत है, वही हमारा सिक्खी सिद्धांत है। हम क्या राजस्थान के सिख इतने कमज़ोर हैं या गंगानगर जिले के सिख इतने कमज़ोर हैं या गोलूवाला गांव की संगत इतनी कमज़ोर है जो हमें किसी बाहरी आदमी की पंचायती की ज़रूरत हो? क्या हम सक्षम नहीं हैं? एक तरफ से तो हम कहते हैं कि हम सिख बड़े मजबूत हैं, तो जब हम मजबूत हैं तो हम अपना मसला खुद हल करेंगे, किसी बाहरी तत्व की ज़रूरत ही नहीं है इसमें। तो इसलिए इस विवाद में सिर्फ एक परिवार का विवाद था। संगत ये भी कह रही थी कि आप सिर्फ प्रबंधन दीजिए कमेटी का, अगर कोई बीबी वहाँ पर रहना चाहती हैं तो वो वहाँ पर रहकर सेवा कर सकती हैं। सिख धर्म का सिद्धांत ही नहीं है किसी को उजाड़ना या किसी को उखाड़ कर बाहर फेंकना। यहाँ तो जो शरण में आता है वो तर जाता है। तो वही अगर गुरुद्वारे में वहाँ बैठकर इलाके की संगत से मिल बांट कर ये बात प्यार मोहब्बत से की जाती तो शायद ये विवाद इतना बढ़ता ही ना। मगर जब बात सिद्धांत से हटकर अपने निजी स्वार्थों पर आ जाती है तब विवाद आता ही आता है। अब भी जितने भी पंजाब से और अलग अलग इलाकों से वीडियो में बोले जा रहे हैं, यहाँ ये कहा जा रहा है ये देखिए जी संगत नहीं आई जी, बाहरी लोग आए। तो वो लोग जो वहाँ पर बैठकर बना के वीडियो बाइट्स भेज रहे हैं वो क्या गोलूवाला के हैं? वो भी तो बाहरी हैं। अगर आज श्रोमणी कमेटी से आप वहाँ से चिट्ठियाँ जारी करवा रहे हो, श्रोमणी कमेटी को क्या पता है? वो भी तो बाहरी है।
उनसे अपने पंजाब के मसले तो हल नहीं होते, वो यहाँ राजस्थान के मसले हल करवाएंगे। अकाल तख्त साहब हम सिख धर्म के लिए, सभी के लिए सर्वोपरि है, हम सब लोग उसके प्रति नतमस्तक हैं। मगर अगर कोई आदमी ये सोचे कि किसी सिख संस्था का डरावा धमका देकर या राजनीतिक पहुंच से आप उसका कोई लाभ ले लेंगे, वो सिख सिद्धांतों का भी हनन है और वो इलाके की संगत के अधिकारों का भी हनन है। तो इसलिए मेरा जो निजी पक्ष है इस पर कि वैधानिक रूप से, धार्मिक रूप से, सामाजिक रूप से, हर रूप से अगर उस गुरुद्वारे पर किसी का अधिकार है तो वो गोलूवाला की संगत का अधिकार है। सिख धर्म हमेशा से लोकतांत्रिक प्रक्रियाओं में यकीन रखता आया है, तो अगर गुरुद्वारे की आसपास की संगत जो है वो लोकतांत्रिक तरीके से उसका प्रबंधन संभालना चाहती है, तो इसमें मुझे नहीं लगता किसी को कोई भी आपत्ति होनी चाहिए। अगर आपत्ति है तो उसका मतलब है उसका कोई निजी स्वार्थ है, शायद उसे वहाँ से कुछ ऐसा मिल रहा था जिसको खोने का उसको डर है। वरना सेवा करनी के लिए आपको प्रधानगियों की क्या ज़रूरत है? मैं सेवा करना चाहता हूँ अगर गोलूवाले के गुरुद्वारे में जाके, तो मेरे को वहाँ कब्जे की क्या ज़रूरत है? मैं सुबह 4 बजे जाऊँगा ना, वहाँ पर निशान साहब की सेवा करूँगा, मैं वहाँ पर जोड़ों की सेवा करूँगा, लंगर की सेवा करूँगा। कब्जे की बात कहाँ से आ जाती है? वो कहते हैं कि जी बाहरी लोगों ने आके कब्जा कर लिया, तो पहले किसका कब्जा था? आप जब किसी पर एक उंगली उठाते हैं तो 3 उंगलियाँ आपके खुद की तरफ आती हैं। तो मेरा तो यही सुझाव है कि हमारे जितने भी यहाँ के सिख नेता हैं, सबको इस विचारे में अपने स्वार्थ छोड़कर खुले भाव से गोलूवाला की सिख संगत का जो भावना का सम्मान करना चाहिए। देखिए, आज इस मुद्दे को भाजपा आरएसएस के मुखौटे के नीचे इसको हिंदू और सिख बनाने की कोशिश की जा रही है। जब उस गुरुद्वारे के लिए ज़मीन ही एक हिंदू परिवार के आदमी ने दी है, तो उस गांव में क्या ये मतभेद हो सकता है? हमारे अमृतसर साहिब में जो श्री दरबार साहब गुरुद्वारा है, साईं मियाँ मीर ने उसकी नींव रखी थी। सिख धर्म में ये हिंदू और सिख ये या मुस्लिम, ये तो सिद्धांत ही नहीं है। गुरुद्वारा गनी खां नबी खां मुसलमानों के नाम से सिख धर्म का गुरुद्वारा है माछीवाड़े में, जिन्होंने गुरु साहब दशम पिता की मदद की थी। तो ये जो लोग हैं, ये जो विदेशों से जिनको फंडिंग आ रही है, ये देश में अलगाववादी बातें फैलाकर इस देश को तोड़ने के मंसूबे बनाए हुए हैं और इन छोटे छोटे मुद्दों से वो अपने फंडिंग करते हैं। ये बड़ी शर्मनाक बात है। मुझे सबसे मैं अपील करूंगा कि हमें इस देश में साथ रहना है। यहाँ आप मुद्दों का राजनीतिकरण करके लोगों में मतभेद मत डालिए, सब मिल बांट कर चलें। ये देश सबका है और गोलूवाले में भी जो है वहाँ संगत, वहाँ हिंदू सिख मुस्लिम ईसाई कोई भेद नहीं है। तो वहाँ की संगत जो भी फैसला करेगी वो सबको शिरोधार्य होना चाहिए। कमल जी, अब हम सबसे पहले तो गोलूवाला की संगत से ये जानना चाहेंगे उनकी मांग क्या है, और उसके बाद में कमल जी आप एक विशेषज्ञ हो, आपसे ये जानना चाहेंगे कि जो ये विवाद का विषय चल रहा है, जो टकराव है, जो खून खराबे की बातें हो रही हैं, इनको कैसे रोका जा सकता है, ये हम आपसे जानना चाहेंगे। आपकी मांग क्या है? हमारी मांग तो यही है, जो गुरुद्वारे का प्रबंधन है वो लोकल की कमेटी है जिसने इसको बनाया गया है वो ही संभाले। चाहते हैं जिसने अमृतपान किया हुआ है वो वोटिंग करवा दो, गोलूवाला का लोकल का हो, दोनों पंचायतों का करवा दो। वो जो रिजल्ट आएगा वो संगत को मंजूर है, वो हम मानने को तैयार हैं कि हम डेमोक्रेसी को मानते हैं। जो बाबा भीमराव अम्बेडकर ने बनाया कानून उसको मानते हैं, इसलिए हम चाहते हैं कि उसी हिसाब से ये हो जाए तो अच्छी बात है। आहुति के दर्शकों, मुख्य मांग ये आई है कि जो गांव की संगत की भावना है उसके अनुरूप गुरुद्वारे का प्रबंधन चलना चाहिए। सर कमल जी, ऐसा सुझाव दीजिए प्रशासन को भी, ताकि ये जो दुर्भाग्यपूर्ण स्थिति होती है टकराव की वो ना हो। देखिए सर, अभी वहाँ गुरुद्वारे की जो मेरी जानकारी में अभी वर्तमान परिस्थिति है वो ये है कि वहाँ पर प्रशासन द्वारा लॉ एंड ऑर्डर बनाने के लिए एक रिसीवर नियुक्त कर दिया गया है। अब कायदे से, क्योंकि ये गुरुद्वारा संगत का है, किसी की निजी संपत्ति नहीं है, वैसे भी जो हमारा कानून है वो भी ये कहता है कि गुरुद्वारा हमेशा जो है श्री गुरु ग्रंथ साहिब के नाम पर ही उसकी रजिस्ट्री होती है। अकाल तख्त साहिब का फरमान भी है कि आप कहीं भी कब्जे की ज़मीन पर गुरुद्वारा नहीं बना सकते। गुरुद्वारा हमेशा संगत की ओर से ही बनेगा और उसका कोई भी एक व्यक्ति या एक कोई जथेबंदी उसकी मालिक नहीं हो सकती। श्री गुरु ग्रंथ साहिब ही उसके मालिक होंगे। ठीक है, हमारे शहर में कुछ गुरुद्वारे हैं जिन्होंने कब्जा करके बैठे हैं, वो अकाल तख्त साहिब को भी अपनी सुविधा के अनुसार मानते हैं, जब नहीं मानना होता नहीं मानते हैं। तो इस समस्या का हल एकमात्र यही है कि वहाँ की जनता की भावना को हमें सम्मान देना होगा, चाहे वो राजनीतिज्ञ हो वहाँ के, चाहे वो प्रशासन हो, चाहे वो कोई धार्मिक संस्था हो। जो वहाँ की संगत फैसला करे
वही उसका हल है। प्रशासन को अब ये चाहिए कि दोनों पक्षों को वो एक बार वहाँ से स्थापित कर चुका है, अब उस वहाँ से जो निर्विरोध कुछ लोग हैं, जिन लोगों को पृष्ठभूमि है सिख धर्म में सेवा करने की, वहाँ की लोकल संगत को बुलाया जाए, वहाँ के अमृतधारी सिंहों को एकत्रित करके, चाहे वो 11 मेंबरी 21 मेंबरी जितनी भी मेंबरी उनको ठीक लगती है, एक कमेटी बनाकर इस गुरुद्वारे का प्रबंधन उनको सौंपा जाना चाहिए। आहुति के दर्शकों, हम जिला कलेक्टर और जिला एसपी से एक निवेदन करना चाहेंगे कि टेबल टॉक, आपसी नेगोशिएशन से हर समस्या हल हो जाती है। दोनों पक्षों को आप बैठाइए और दोनों की बात सुनिए, और जिनकी मांग उचित लगे उन्हें वो मांग को स्वीकार करते हुए दूसरे पक्ष को पाबंद कीजिए कि वो किसी भी प्रकार की गैर कानूनी हरकत ना करे, क्योंकि कानून को हाथ में लेना भी एक अपराध है। धन्यवाद।